ਨਾਵਲ ਗੋਲੀ ਚੱਲਦੀ ਗਈ ਅਥਵਾ ਬੱਬਰਾਂ ਦੀ ਵਿੱਥਿਆ ਭਾਗ ਨੰਬਰ 20। ਬੁੱਲੇ ਸ਼ਾਹ ਫਕੀਰ ਨੂੰ ਕਿਸੇ ਨੇ ਪੁੱਛਿਆ, ਪੀਰ ਜੀ ਰੱਬ ਨੂੰ ਕਿਵੇਂ ਪਾਈਦਾ ਹੈ? ਉਸ ਵੇਲੇ ਪੀਰ ਬੁੱਲੇ ਸ਼ਾਹ ਆਪਣੇ ਸੇਵਕਾਂ ਕੋਲ ਖਲੋਤਾ ਸੀ ਤੇ ਉਹ ਝੋਨਾ ਲਾ ਰਹੇ ਸਨ। ਉਸ ਵੇਲੇ ਦੇਖ ਕੇ ਰਮਜ਼ ਨਾਲ ਉੱਤਰ ਦਿੱਤਾ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ। ਇਸ ਬਚਨ ਦਾ ਭਾਵ ਸੀ, ਜਿਵੇਂ ਝੋਨੇ ਦੀ ਪਨੀਰੀ ਇੱਕ ਥਾਂ ਤੋਂ ਪੁੱਟ ਕੇ ਦੂਸਰੇ ਥਾਂ ਲਾਈ ਜਾਂਦੀ ਹੈ ਤੇ ਫਲ ਦਿੰਦੀ ਹੈ, ਤਿਵੇਂ ਮਨ ਨੂੰ ਮਾੜੇ ਕੰਮਾਂ ਵੱਲੋਂ ਮੋੜ ਕੇ ਚੰਗੇ ਕੰਮਾਂ ਵੱਲ ਲਾ ਦਈਏ ਤਾਂ ਆਪੇ ਰੱਬ ਮਿਲ ਪੈਂਦਾ ਹੈ। ਇੱਥੇ ਬਦਨਾਮੀ ਹੁੰਦੀ ਹੈ ਤੇ ਉੱਥੇ ਜਸ ਹੋਣ ਲੱਗ ਪੈਂਦਾ ਹੈ। ਅਜਿਹੀ ਕਰਨੀ ਬੰਤਾ ਸਿੰਘ ਧਾਮੀਆਂ ਦੀ ਹੈ। ਸਰਦਾਰ ਬੰਤਾ ਸਿੰਘ ਧਾਮੀਆਂ 1900 ਵਿੱਚ ਜੰਮਿਆ ਸੀ ਤੇ ਹੁਣ 22-23 ਸਾਲ ਦਾ ਛੈਲ ਜਵਾਨ ਸੀ। ਫੌਜ ਵਿੱਚ ਨੌਕਰੀ ਵੀ ਕਰ ਚੁੱਕਿਆ ਸੀ। ਫਿਰ ਡਾਕੇ ਮਾਰਨ ਲੱਗਾ ਤੇ ਨਾਮੀ ਡਾਕੂ ਬਣ ਗਿਆ। ਉਹ ਅਮੀਰਾਂ ਦਾ ਧਨ ਲੁੱਟਦਾ ਤੇ ਔਰਤਾਂ ਦੇ ਗਹਿਣੇ ਖੋਹ ਲੈਂਦਾ, ਸਿਰਫ ਇਸ ਕਰਕੇ ਕਿ ਉਹ ਖੁੱਲ੍ਹਾ ਖਾਏ ਤੇ ਖਰਚੇ। ਉਦੋਂ ਹੋਰ ਉਸਦਾ ਕੋਈ ਮਨੋਰਥ ਨਹੀਂ ਸੀ। ਪਰ ਬੱਬਰਾਂ ਦੀ ਸੰਗਤ ਹੋ ਗਈ। ਜਦੋਂ ਕਰਮ ਸਿੰਘ ਤੇ ਉਦੈ ਸਿੰਘ ਨੇ ਸਮਝਾਇਆ ਕਿ ਉਸ ਵਰਗੇ ਜਵਾਨਾਂ ਦੀ ਦੇਸ਼ ਨੂੰ ਲੋੜ ਹੈ, ਤਦ ਉਸਨੇ ਆਪਣਾ ਆਪ ਇੱਧਰੋਂ ਪੁੱਟ ਕੇ ਉੱਧਰ ਲਾ ਦਿੱਤਾ। ਬਰਤਾਨਵੀ ਸਾਮਰਾਜ ਭਾਰਤੀਆਂ ਨੂੰ ਪੈਰ ਪੈਰ ਤੇ ਕੁਚਲਦਾ, ਨਿਰਾਦਰੀ ਕਰਦਾ ਤੇ ਗੁਲਾਮੀ ਦੇ ਸੰਗਲ ਨੂੰ ਘੜਦਾ ਸੀ। ਕਈ ਭੁੱਲੜ ਭਾਰਤੀ ਸੁਆਰਥ ਦੇ ਕੀਲੇ ਹੋਏ ਗੁਲਾਮੀ ਦੇ ਸੰਗਲਾਂ ਨੂੰ ਕਰੜਿਆਂ ਕਰਦੇ ਸਨ। ਉਹ ਦੇਸ਼ ਭਗਤਾਂ ਨੂੰ ਫੜਾ ਕੇ, ਮਰਵਾ ਕੇ ਜਾਂ ਫਾਹੇ ਲਗਵਾ ਕੇ ਮੁਰੱਬੇ ਪ੍ਰਾਪਤ ਕਰਦੇ ਸਨ। ਦੇਸ਼ ਭਗਤਾਂ ਨੇ ਬੰਤਾ ਸਿੰਘ ਨੂੰ ਸਮਝਾਇਆ ਕਿ ਡਾਕੇ ਮਾਰ ਕੇ, ਘਰ ਲੁੱਟ ਕੇ ਤੇ ਲੋਕਾਂ ਦਾ ਖੂਨ ਕਰਕੇ ਜੇ ਉਸਨੇ ਫਾਹੇ ਲੱਗਣਾ ਹੈ ਤਾਂ ਉਹ ਕਿਸੇ ਚੁਗਲ ਜਾਂ ਝੋਲੀ ਚੁੱਕ ਨੂੰ ਸੋਧ ਕੇ ਤੇ ਗੋਰਾ ਸਰਕਾਰ ਨੂੰ ਕਮਜ਼ੋਰ ਕਰਕੇ ਕਿਉਂ ਨਾ ਜੀਵਨ ਸਫਲ ਕਰੇ। ਦੇਸ਼ ਭਗਤੀ ਧਰਮ ਤੇ ਨੇਕੀ ਹੈ ਤੇ ਜਸ ਪ੍ਰਾਪਤੀ ਦਾ ਸੁਨਹਿਰੀ ਵਸੀਲਾ, ਪਰ ਡਾਕਾ ਬਦਨਾਮੀ ਹੈ। ਉਹ ਰਸਤੇ ਨੂੰ ਬਦਲ ਦੇਣ। ਉਹਨਾਂ ਦੇ ਨਾਲ ਮਿਲੇ, ਮਰੇ ਤਾਂ ਨਾਮ ਅਮਰ ਕਰਕੇ ਮਰੇ, ਤਾਂ ਕਿ ਇਤਿਹਾਸ ਉਸ ਨੂੰ ਨਾ ਭੁੱਲੇ। ਜਵਾਨ ਦਿਲ ਉੱਤੇ ਗੱਲਾਂ ਅਸਰ ਕਰ ਗਈਆਂ। ਗੋਰੇ ਅਫਸਰ ਧੂਤ ਦਿਸੇ, ਲਹੂ ਪੀਂਦੀਆਂ ਜੋਕਾਂ ਨਜ਼ਰ ਆਈਆਂ। ਸੂਰਮੇ ਨੇ ਕਰਮ ਸਿੰਘ ਤੇ ਉਦੈ ਸਿੰਘ ਅੱਗੇ ਹਥਿਆਰ ਰੱਖ ਦਿੱਤੇ ਤੇ ਆਖ ਦਿੱਤਾ, ਆਪਣੇ ਜੱਥੇ ਵਿੱਚ ਸ਼ਾਮਿਲ ਕਰ ਲਓ। ਮੈਂ ਪ੍ਰਤਿੱਗਿਆ ਕਰਦਾ ਹਾਂ ਕਿ ਦਲ ਦਾ ਹੁਕਮ ਮੰਨਾਂਗਾ, ਦੇਸ਼ ਨੂੰ ਸੁਤੰਤਰ ਕਰਾਉਣ ਵਾਸਤੇ ਆਪਣਾ ਜੀਵਨ ਤੱਕ ਵਾਰ ਦਿਆਂਗਾ। ਕਿਸੇ ਗਰੀਬ ਭਲੇ ਮਾਨਸ, ਸ਼ਹਿਰੀ ਜਾਂ ਸਾਊ ਪੇਂਡੂ ਦੇ ਘਰ ਡਾਕਾ ਨਾ ਮਾਰਨਾ, ਨਾ ਕਿਸੇ ਦੀ ਨੂੰਹ ਧੀ ਵੱਲ ਮੰਦੀ ਨਜ਼ਰ ਨਾਲ ਦੇਖਣਾ। ਔਰਤ ਦਾ ਰੂਪ ਤੇ ਜੋਬਨ ਤੇਰੇ ਵਾਸਤੇ ਤੇਰੀ ਮਾਤਾ ਜਾਂ ਭੈਣ ਦਾ ਰੂਪ ਸਮਾਨ ਹੋਵੇਗਾ ਜਿੰਨਾ ਚਿਰ ਸੁਤੰਤਰਤਾ ਦੀ ਲੜਾਈ ਲੜ ਰਹੇ ਹਾਂ। ਜੇ ਬਚਨ ਪਾਲਣਾ ਹੈ ਤਾਂ ਹਥਿਆਰ ਚੁੱਕ ਲੈ, ਵਾਹਿਗੁਰੂ ਤੇਰਾ ਆਸਰਾ ਬਣੇਗਾ। ਸਤਿਗੁਰੂ ਬਾਹੁੜੀ ਕਰਨ, ਤਨ ਮਨ ਤੇ ਧਨ ਸਭ ਕੁਝ ਪਾਰਟੀ ਦਾ ਹੋਏਗਾ। ਨੌਜਵਾਨ ਬੰਤਾ ਸਿੰਘ ਨੇ ਬਚਨ ਦੇ ਦਿੱਤਾ, ਹਥਿਆਰ ਚੁੱਕ ਲਏ। ਉਸ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਉਸਦਾ ਨਵਾਂ ਜਨਮ ਹੋਇਆ ਸੀ। ਅੱਗੇ ਉਹ ਲੋਕਾਂ ਦੇ ਘਰਾਂ ਦੀ ਦੌਲਤ ਦਾ ਖਿਆਲ ਕਰਦਾ ਸੀ, ਹੁਣ ਉਸ ਦੀਆਂ ਅੱਖਾਂ ਅੱਗੇ ਦੇਸ਼ ਨੂੰ ਸੁਤੰਤਰ ਕਰਾਉਣ ਦੀ ਲੜਾਈ ਦੀਆਂ ਰੰਗਾ ਰੰਗ ਝਾਕੀਆਂ ਨਜ਼ਰ ਆਈਆਂ। ਕਿਧਰੇ ਅਕਾਲੀ ਮੋਰਚਾ ਲੱਗਿਆ ਦਿਸਿਆ, ਕਿਧਰੇ ਕਾਂਗਰਸ ਵਾਲੇ ਸਿਵਲ ਨਾਫਰਮਾਨੀ ਕਰਦੇ ਹੋਏ ਕੈਦ ਹੁੰਦੇ ਨਜ਼ਰ ਪਏ। ਕਿਤੇ ਬੰਗਾਲ ਦੇ ਨੌਜਵਾਨ ਦਿਸੇ ਜਿਹੜੇ ਖੂਨੀ ਰਸਤੇ ਤੇ ਤੁਰੇ ਹੋਏ ਸਨ। ਜਦੋਂ ਉਸ ਨੂੰ ਸਰਦਾਰ ਕਿਸ਼ਨ ਸਿੰਘ ਗੜਗੱਜ ਜਥੇਦਾਰ ਅੱਗੇ ਪੇਸ਼ ਕੀਤਾ ਗਿਆ ਤੇ ਉਸ ਨੂੰ ਸੁਤੰਤਰਤਾ ਦੀ ਲੜਾਈ ਦਾ ਇਤਿਹਾਸ ਸੁਣਾਇਆ ਤਾਂ ਉਸਨੇ ਬੰਤਾ ਸਿੰਘ ਦੇ ਸਰੀਰ ਵਿੱਚ ਇੱਕ ਨਵਾਂ ਜੋਸ਼ ਲੈ ਆਂਦਾ। ਉਹ ਬੱਬਰ ਅਕਾਲੀ ਬਣ ਗਿਆ। ਉਸਨੇ ਇੱਕ ਦੋ ਝੋਲੀ ਚੁੱਕ ਸੋਧ ਦਿੱਤੇ ਤੇ ਪੁਲਿਸ ਪਿੱਛਾ ਕਰਨ ਲੱਗੀ। ਕੀ ਹੋਇਆ? ਪੁਲਿਸ ਤਾਂ ਅੱਗੇ ਵੀ ਪਿੱਛਾ ਕਰਦੀ ਸੀ। ਉਹ ਤਾਂ ਕਾਤਲ ਤੇ ਡਾਕੂ ਪਹਿਲਾਂ ਵੀ ਸੀ। ਵਰਿਆਮ ਸਿੰਘ ਬੰਤਾ ਸਿੰਘ ਦੇ ਜੱਥੇ ਨਾਲ ਮਿਲ ਗਿਆ। ਦੋਵੇਂ ਵੀਰ ਮੁਕਾਬਲੇ ਦੇ ਫੌਜੀ ਸਨ, ਲਗਭਗ ਇੱਕੋ ਜਿਹੀ ਉਮਰ ਦੇ ਸਨ। ਉਹ ਸਰਦਾਰ ਕਿਸ਼ਨ ਸਿੰਘ ਦੇ ਹੁਕਮਾਂ ਦੀ ਉਸੇ ਤਰ੍ਹਾਂ ਪਾਲਣਾ ਕਰਨ ਲੱਗੇ ਜਿਵੇਂ ਇੱਕ ਫੌਜੀ ਆਪਣੇ ਅਫਸਰ ਦੇ ਹੁਕਮ ਦੀ ਪਾਲਣਾ ਕਰਦਾ ਹੈ, ਹੁਕਮ ਕਰਦਾ ਤੇ ਮਾਰਦਾ ਹੈ। ਪੰਜਾਬ ਦੀ ਭਾਗ ਭਰੀ ਰੁੱਤ ਬਸੰਤ ਹੁੰਦੀ ਹੈ, ਜਦੋਂ ਧਰਤੀ ਦਾ ਹਰ ਹਿੱਸਾ ਹਰਿਆ ਹੁੰਦਾ ਹੈ। ਬਨਸਪਤੀ ਮੌਲਦੀ ਤੇ ਖਿੜ ਕੇ ਖੁਸ਼ਬੂ ਦਿੰਦੀ ਹੈ।
ਖੇਤਾਂ ਦੇ ਵਿੱਚ ਕਣਕ, ਜੌਂ, ਸਰੋਂ ਤੇ ਛੋਲੇ ਪੂਰੀ ਜਵਾਨੀ ਵਿੱਚ ਆਏ ਹੋਏ ਤੇ ਕਿਸਾਨ ਦੇ ਦਿਲ ਨੂੰ ਖੇੜਾ ਦਿੰਦੇ ਹਨ। ਮਿਹਨਤ ਨੂੰ ਫਲ ਲੱਗਣ, ਅੰਨ ਪੱਕਣ ਦੀ ਆਸ਼ਾ ਹੁੰਦੀ ਹੈ। 3 ਮਾਰਚ 1923 ਈਸਵੀ ਦਾ ਦਿਨ ਚੌਥਾ ਪਹਿਰ ਵੀ ਬਤੀਤ ਹੋ ਰਿਹਾ ਸੀ। ਸੂਰਜ ਦੀ ਟਿੱਕੀ ਲਾਲ ਸੀ, ਇੰਜ ਜਿਵੇਂ ਪੱਛਮ ਵਿੱਚ ਧਰਤੀ ਤੇ ਆਕਾਸ਼ ਵਿੱਚ ਅੱਗ ਦਾ ਗੋਲਾ ਮੱਘ ਉੱਠਿਆ ਹੋਵੇ। ਉਸ ਦੀਆਂ ਲਾਲ ਕਿਰਨਾਂ ਨੇ ਸਾਰੀ ਕੁਦਰਤ ਦਾ ਰੰਗ ਹੀ ਬਦਲ ਦਿੱਤਾ ਸੀ। ਮੱਠੀ ਮੱਠੀ ਹਵਾ ਵਗਦੀ ਸੀ, ਸ਼ੀਤਲ ਪੱਛਮ ਦੀ ਹਵਾ। ਪੰਛੀ ਖੁਸ਼ ਸਨ। ਖੇਤਾਂ ਵਿੱਚੋਂ ਕਿਸਾਨ ਘਰਾਂ ਨੂੰ ਜਾ ਰਹੇ ਸਨ, ਸਿਰਾਂ ਉੱਤੇ ਹਰੇ ਪੱਠੇ ਚੱਕੀ। ਜਮਸ਼ੇਰ ਰੇਲਵੇ ਸਟੇਸ਼ਨ ਹਾੜੀ ਦੀ ਹਰੀ ਫਸਲ ਵਾਲੀ ਭਾਗ ਭਰੀ ਧਰਤੀ ਦੀ ਹਿੱਕ 'ਤੇ ਸੀ। ਟਾਹਲੀਆਂ ਤੇ ਕਿੱਕਰਾਂ ਦੇ ਝੁੰਡ ਵਿੱਚ ਉਹ ਸਟੇਸ਼ਨ ਸੀ। ਸੂਰਜ ਦੀ ਲਾਲ ਟਿੱਕੀ ਅਲੋਪ ਹੋਣ ਦੇ ਨਾਲ ਹੀ ਗੱਡੀ ਦੇ ਇੰਜਣ ਦੀ ਸੀਟੀ ਵੱਜੀ। ਦੂਰ ਤੱਕ ਉਸ ਸੀਟੀ ਦੀ ਆਵਾਜ਼ ਸੁਣਾਈ ਦਿੱਤੀ। ਗੱਡੀ ਤਾਂ ਚਲੀ ਗਈ। ਹੋਰ ਕੋਈ ਗੱਡੀ ਅੱਧੀ ਰਾਤ ਤੋਂ ਪਹਿਲਾਂ ਨਹੀਂ ਸੀ ਆਉਣੀ। ਕਣਕ ਦੇ ਲੰਮੇ ਖੇਤਾਂ ਦੇ ਵਿਚਾਲੇ ਇੱਕ ਵੱਟ ਉੱਤੇ ਬੈਠੇ ਬੰਤਾ ਸਿੰਘ ਨੇ ਆਖਿਆ। ਉਸ ਦੇ ਲਾਗੇ ਵਰਿਆਮ ਸਿੰਘ ਧੁੱਗਾ ਬੈਠਾ ਸੀ। ਉਹ ਵਰਿਆਮ ਸਿੰਘ ਜਿਹੜਾ ਭਿਆਨਕ ਡਾਕੂ ਸੀ। ਉਹ ਉਸ ਵੇਲੇ ਵੀ ਡਾਕੂ ਦੇ ਰੂਪ ਵਿੱਚ ਸੀ, ਪਰ ਡਾਕਾ ਮਾਰਨ ਦਾ ਦ੍ਰਿਸ਼ਟੀਕੋਣ ਹੋਰ ਸੀ। ਇਹ ਪਰਸੁਆਰਥੀ ਤੇ ਦੇਸ਼ ਭਲਾਈ ਦਾ ਸੀ। ਬੱਬਰ ਅਕਾਲੀ ਦਲ ਵਾਸਤੇ ਰੁਪਏ ਦੀ ਲੋੜ ਸੀ। ਰੁਪਏ ਤੋਂ ਬਿਨਾਂ ਤਾਂ ਕੋਈ ਕੰਮ ਨਹੀਂ ਚੱਲਦਾ। ਦੇਸ਼ ਨੂੰ ਆਜ਼ਾਦ ਕਰਾਉਣ ਲਈ ਜਿਹੜਾ ਘੋਲ ਕਰਨਾ ਪੈਂਦਾ ਹੈ, ਉਸ ਵਾਸਤੇ ਤਾਂ ਲੱਖਾਂ ਕਰੋੜਾਂ ਰੁਪਏ ਵੀ ਥੋੜ੍ਹੇ। ਅੰਗਰੇਜ਼ੀ ਸਾਮਰਾਜ ਦਾ ਦਬਦਬਾ ਬਹੁਤ ਹੋਣ ਕਰਕੇ ਬੱਬਰ ਅਕਾਲੀ ਦਲ ਦੀ ਮਾਲੀ ਸਹਾਇਤਾ ਲੋਕ ਘੱਟ ਕਰਦੇ ਸਨ। ਕੁਝ ਲੋਕਾਂ ਨੂੰ ਗਿਆਨ ਘੱਟ ਸੀ, ਸੁਆਰਥ ਪ੍ਰਧਾਨ ਸੀ, ਡਰ ਦੇ ਨਾਲ ਦਿਲ ਦਿਮਾਗ ਦੱਬੇ ਸਨ। ਖੁੱਲ੍ਹਾ ਸੋਚਣਾ ਤੇ ਕੁਝ ਕਰਨ ਦੀ ਆਗਿਆ ਵੀ ਨਹੀਂ ਸੀ। ਪੈਰ ਪੈਰ 'ਤੇ ਚੁਗਲ ਸਨ, ਕੰਧਾਂ ਨੂੰ ਵੀ ਕੰਨ ਲੱਗੇ ਹੋਏ ਸਨ। ਬੰਤਾ ਸਿੰਘ ਨੇ ਵਰਿਆਮ ਸਿੰਘ ਨਾਲ ਸਲਾਹ ਕੀਤੀ ਕਿ ਸਰਕਾਰ ਦੇ ਸਟੇਸ਼ਨ ਨੂੰ ਲੁੱਟਿਆ ਜਾਏ। ਸਟੇਸ਼ਨ ਮਾਸਟਰ ਵੀ ਕੁਝ ਟੋਡੀ ਤੇ ਮਾਇਆ ਇਕੱਠੀ ਕਰਨ ਵਾਲੇ ਵਿਚਾਰਦਾ ਸੀ। ਉਸ ਕੋਲ ਕਾਫੀ ਪਦਾਰਥ ਦਸੀਦੇ ਸਨ। ਤਕੜੇ ਨੂੰ ਹੀ ਤਾਂ ਲੁੱਟਣਾ ਸੀ। ਡਾਕਾ ਮਾਰਨਾ ਚੰਗਾ ਕੰਮ ਨਹੀਂ, ਪਰ ਆਜ਼ਾਦੀ ਦੀ ਲੜਾਈ ਜਿੱਤਣ ਵਾਸਤੇ ਵੀ ਰੁਪਏ ਦੀ ਲੋੜ ਸੀ। ਜੰਗ ਦੀ ਨੀਤੀ ਚੰਗਾ ਜਾਂ ਮਾੜਾ ਨਹੀਂ ਸੋਚਦੀ। ਉਸ ਵੇਲੇ ਤਾਂ ਵਿਚਾਰ ਹੁੰਦੀ ਹੈ ਜੰਗ ਜਿੱਤਣਾ ਕਿਵੇਂ ਹੈ। ਧੋਖਾ, ਫਰੇਬ, ਅਨੀਤੀ, ਪਾਪ ਸਭ ਕੁਝ ਪੁੰਨ ਹੁੰਦਾ ਹੈ। ਬੰਤਾ ਸਿੰਘ ਤੇ ਵਰਿਆਮ ਸਿੰਘ ਦੇ ਨਾਲ 10 ਕੁ ਸਾਥੀ ਹੋਰ ਸਨ। ਸਾਰਿਆਂ ਕੋਲ ਹਥਿਆਰ ਸਨ। ਬੰਤਾ ਸਿੰਘ ਕੋਲ ਪਿਸਤੌਲ ਤੇ ਗੰਡਾਸਾ ਸੀ। ਉਹ ਖੇਤਾਂ ਵਿੱਚ ਲੁਕੇ ਬੈਠੇ ਹਨੇਰੇ ਦੀ ਉਡੀਕ ਕਰ ਰਹੇ ਸਨ। ਜਦ ਤੱਕ ਉਹ ਹਨੇਰਾ ਹੋ ਜਾਏ ਤਾਂ ਠੀਕ ਹੈ, ਲਾਗੇ ਪਿੰਡ ਵਾਲੇ ਖਾਣ ਪੀਣ ਦੇ ਧੰਦੇ ਵਿੱਚ ਰੁੱਝ ਜਾਣ। ਰਾਤ ਤਾਂ ਹਨੇਰੀ ਹੈ ਹੀ, ਵਰਿਆਮ ਸਿੰਘ ਨੇ ਉੱਤਰ ਦਿੱਤਾ। ਬੈਠੇ ਗੱਲਾਂ ਕਰਦੇ ਰਹੇ। ਡੂੰਘੀਆਂ ਤਰਕਾਲਾਂ ਪੈ ਗਈਆਂ। ਹਨੇਰਾ ਛਾ ਗਿਆ ਤੇ ਆਕਾਸ਼ 'ਤੇ ਟਾਵੇਂ ਟਾਵੇਂ ਤਾਰੇ ਟਿਮਟਿਮਾਉਣ ਲੱਗ ਪਏ। ਤਾਂ ਸਾਰੇ ਜਵਾਨ ਉੱਠੇ। ਜਮਸ਼ੇਰ ਸਟੇਸ਼ਨ ਦੇ ਪਲੇਟਫਾਰਮ 'ਤੇ ਮੱਧਮ ਰੌਸ਼ਨੀ ਵਾਲੀਆਂ ਬੱਤੀਆਂ ਦਿਸੀਆਂ। ਉਹ ਸਟੇਸ਼ਨ ਵੱਲ ਵਧੇ। ਜਮਸ਼ੇਰ ਸਟੇਸ਼ਨ ਛੋਟਾ ਹੀ ਸੀ। 8 ਕੁ ਬੰਦੇ ਉੱਥੇ ਨੌਕਰ ਰਹਿੰਦੇ ਸਨ। ਹਥਿਆਰ ਸ਼ਾਇਦ ਕਿਸੇ ਕੋਲ ਨਹੀਂ ਸੀ। ਸਟੇਸ਼ਨ ਦੇ ਲਾਗੇ ਹੀ ਸਟੇਸ਼ਨ ਮਾਸਟਰ ਦਾ ਘਰ ਸੀ, ਸਰਕਾਰੀ ਇਮਾਰਤ ਵਿੱਚ। ਸਟੇਸ਼ਨ ਮਾਸਟਰ ਸਟੇਸ਼ਨ ਦਾ ਹਿਸਾਬ ਕਿਤਾਬ ਕਰ ਰਿਹਾ ਸੀ। ਉਹ ਸਾਰੇ ਦਿਨ ਦੀ ਕਾਰਵਾਈ ਨੂੰ ਲਿਖ ਰਿਹਾ ਸੀ ਕਿ ਗੋਲੀ ਚੱਲਣ ਦੀ ਆਵਾਜ਼ ਆਈ। ਕਲਮ ਰੱਖ ਕੇ ਉਸਨੇ ਸਿਰ ਉੱਪਰ ਚੁੱਕਿਆ ਹੀ ਸੀ ਕਿ ਉਸਦੇ ਕਮਰੇ ਅੱਗੇ 2 ਜਵਾਨ ਖਲੋਤੇ ਸਨ। ਉਹਨਾਂ ਵਿੱਚੋਂ ਇੱਕ ਨੇ ਕਿਹਾ, ਕਲਮ ਰੱਖ ਦੇ, ਖਜ਼ਾਨੇ ਦੀਆਂ ਚਾਬੀਆਂ ਫੜ ਕੇ ਖਜ਼ਾਨਾ ਖੋਲ੍ਹ। ਜੋ ਰੁਪਏ ਟਿਕਟਾਂ ਦੇ ਵੱਟੇ ਆ ਰੱਖ ਦੇ, ਨਹੀਂ ਤੇ। ਖੱਤਰੀ ਘਰਾਣੇ ਦਾ 30 ਕੁ ਸਾਲ ਦਾ ਸਟੇਸ਼ਨ ਮਾਸਟਰ, ਕਾਇਆ ਦਾ ਪਤਲਾ ਨਿੱਕੇ ਜਿਹੇ ਦਿਲ ਵਾਲਾ ਸੀ, ਪਰ ਲਾਲਚੀ ਪੂਰਾ ਸੀ। ਮਾਇਆ ਸਾਂਭਣ ਵਾਲਾ ਸੱਪ ਸੀ। ਹੱਥੋਂ ਕਲਮ ਡਿੱਗ ਪਈ। ਉਹ ਕੰਬ ਗਿਆ ਤੇ ਬੋਲ ਨਾ ਸਕਿਆ। ਉਸ ਦੀਆਂ ਅੱਖਾਂ ਪਥਰਾ ਗਈਆਂ। ਬਿੱਟ ਬਿੱਟ ਦੇਖਦਾ ਕੀ ਐ, ਪੈਸੇ ਕੱਢ। ਫਿਰ ਆਵਾਜ਼ ਆਈ, ਨਹੀਂ ਤੇ ਗੋਲੀ ਆਈ ਓ ਗੋਲੀ। ਉਹ ਕੰਬਦਾ ਤੁਰ ਪਿਆ ਤੇ ਲੋਹੇ ਦੀ ਪੇਟੀ ਤੇ ਟਿਕਟਾਂ ਵਾਲੇ ਮੇਜ਼ ਦੇ ਖਾਨੇ ਵਿੱਚੋਂ ਉਸਨੇ ਰੁਪਏ ਕੱਢ ਕੇ ਅਣਗਿਣਤ ਦੇ ਦਿੱਤੇ। ਰੁਪਇਆਂ ਨੂੰ ਦੇਣ ਲੱਗਿਆਂ ਉਸਨੂੰ ਇਉਂ ਪ੍ਰਤੀਤ ਹੋਇਆ
ਜਿਵੇਂ ਉਹ ਕਿਸੇ ਅਦਾਲਤ ਵਿੱਚੋਂ ਕਿਸੇ ਜੱਜ ਦਾ ਹੁਕਮ ਸੁਣ ਰਿਹਾ ਸੀ। ਤੂੰ ਝੂਠ ਬੋਲਦਾ ਏਂ। ਡਾਕੂ ਨਹੀਂ ਆਏ, ਸਰਕਾਰੀ ਰੁਪਇਆ ਗਬਨ ਕੀਤਾ ਏ। ਤੈਨੂੰ 4 ਸਾਲ ਬਾਮੁਸ਼ੱਕਤ ਸਖਤ ਕੈਦ। ਇਉਂ ਖਿਆਲ ਕਰਕੇ ਉਹ ਚੱਕਰ ਖਾ ਕੇ ਡਿੱਗ ਪਿਆ। ਡਿੱਗਦੇ ਸਾਰ ਬੇਹੋਸ਼ ਹੋ ਗਿਆ। ਇੱਥੇ ਖਲੋ, ਕੋਈ ਤਾਰ ਨਾ ਖੜਕਾਏ, ਬੰਤਾ ਸਿੰਘ ਨੇ ਇੱਕ ਜਵਾਨ ਨੂੰ ਹੁਕਮ ਦਿੱਤਾ। ਸਾਰੇ ਸਟੇਸ਼ਨ ਦੀ ਨਾਕਾਬੰਦੀ ਕੀਤੀ ਗਈ। ਬਾਹਰਲੇ ਪ੍ਰਬੰਧ ਵਾਸਤੇ ਦਲੇਰ ਲੜਾਕਾ ਵਰਿਆਮ ਸਿੰਘ ਸੀ ਤੇ ਲੁੱਟਣ ਵਾਸਤੇ ਬੰਤਾ ਸਿੰਘ ਆਗੂ ਸੀ। ਬੰਤਾ ਸਿੰਘ ਤੇ ਇੱਕ ਟੋਲੀ ਸਟੇਸ਼ਨ ਮਾਸਟਰ ਦੇ ਘਰ ਵੱਲ ਤੁਰੀ। ਆਪ ਉਹ ਸਟੇਸ਼ਨ ਦੇ ਕਮਰੇ ਫੋਲਦਾ ਰਿਹਾ ਸੀ। ਉਸ ਨੂੰ ਕੋਈ ਕਾਹਲ ਤਾਂ ਨਹੀਂ ਸੀ। ਬੰਤਾ ਸਿੰਘ ਸਟੇਸ਼ਨ ਮਾਸਟਰ ਦੇ ਘਰ ਗਿਆ। ਉਸ ਦੇ ਸਾਥੀਆਂ ਨੇ ਘਰ ਦਾ ਕੀਮਤੀ ਸਮਾਨ ਜਿਹੜਾ ਵਿਕ ਸਕੇ ਨਕਦੀ ਗਹਿਣਾ ਬੰਨ੍ਹ ਲਿਆ ਸੀ, ਪਰ ਘਰ ਵਾਲੀ ਦੇ ਉਧਾਲੇ ਅਜੇ ਟੂਮਾਂ ਸਨ। ਇਹ ਸੋਨੇ ਦੀਆਂ ਟੂਮਾਂ ਇਲਾਕੇ ਦੇ ਕਿਸਾਨਾਂ ਕੋਲੋਂ ਡਾਲੀਆਂ ਪ੍ਰਾਪਤ ਕਰਕੇ ਬਣਵਾਈਆਂ ਟੂਮਾਂ ਸਨ। ਮੁਫਤ ਦੇ ਪੱਠਿਆਂ 'ਤੇ ਰੱਖੀ ਮੱਝ ਦਾ ਦੁੱਧ ਪੀਣ ਵਾਲੀ ਸਟੇਸ਼ਨ ਮਾਸਟਰ ਦੀ ਚੰਗੀ ਅਰੋਗ ਸੁੰਦਰ ਤੀਵੀਂ ਸੀ। ਉਹ ਚੁੱਪ-ਚਾਪ ਖਲੋਤੀ ਸੀ, ਪੱਥਰ ਦੀ ਸਿੱਲ ਬਣੀ। ਉਸ ਦੀਆਂ ਅੱਖਾਂ ਵਿੱਚ ਅੱਥਰੂ ਡਲਕਦੇ ਸਨ। ਸਿਰ ਦੇ ਵਾਲ ਖਿੱਲਰੇ ਹੋਏ ਸਨ। ਚਿਹਰੇ ਦਾ ਰੰਗ ਉੜਿਆ ਹੋਇਆ ਸੀ। ਉਸ ਦੇ ਉਦਾਲੇ ਗਹਿਣੇ ਜਿਉਂ ਦੇ ਤਿਉਂ ਸਨ। ਉਸ ਕੋਲ ਸੋਨੇ ਦੇ ਗਹਿਣੇ ਤੱਕ ਕੇ ਬੰਤਾ ਸਿੰਘ ਨੇ ਕਿਹਾ, ਭੈਣ ਜੀ, ਤੁਸੀਂ ਸਿਰਫ ਸਾਨੂੰ ਆਪਣੇ ਗਹਿਣੇ ਦੇ ਦਿਓ, ਹੋਰ ਅਸੀਂ ਤੁਹਾਨੂੰ ਕੁਝ ਨਹੀਂ ਆਖਦੇ। ਉਸ ਤੀਵੀਂ ਦੀ ਦਾੜ ਨਿਕਲ ਗਈ। ਉਸ ਨੇ ਮੂੰਹ ਅੱਗੇ ਹੱਥ ਰੱਖ ਲਏ। ਇੱਕ ਡਾਕੂ ਦੇ ਮੂੰਹੋਂ ਮਿੱਠਾ ਸ਼ਬਦ ਭੈਣ ਜੀ ਤੇ ਉਸ ਦੇ ਸਾਥੀ ਦੀ ਚੰਦਰੀ ਕਰਤੂਤ ਪਿੱਛੋਂ, ਦਾੜ ਦੇ ਪਿੱਛੋਂ ਉਸਨੇ ਅਟਕ ਅਟਕ ਕੇ ਰੋਂਦਿਆਂ ਤੇ ਗਮ ਦੇ ਡਰ ਨਾਲ ਘੁੱਟਿਆ ਉੱਤਰ ਦਿੱਤਾ, ਕੀ ਲਾਭ ਐਸੀ ਮਿਹਰਬਾਨੀ ਦਾ ਜਦੋਂ ਕਿ ਤੇਰੇ ਸਾਥੀ ਨੇ, ਕੀ ਮੇਰੇ ਸਾਥੀ ਨੇ ਤੇਰੇ ਨਾਲ ਕੋਈ ਧੱਕਾ ਕੀਤਾ ਹੈ? ਧੱਕਾ? ਵੱਡਾ ਧੱਕਾ, ਮੂੰਹ ਕਾਲਾ, ਮੇਰਾ ਧਰਮ ਨਸ਼ਟ ਕਰ ਦਿੱਤਾ। ਉਹ ਰੋ ਪਈ। ਉਸ ਦੇ ਹੱਥ ਉਹਦੀਆਂ ਅੱਖਾਂ ਅੱਗੇ ਰਹੇ, ਜਿਵੇਂ ਉਹ ਆਪਣੇ ਆਪ ਨੂੰ ਲੁਕਾ ਲੈਣਾ ਚਾਹੁੰਦੀ ਸੀ। ਉਹ ਸ਼ਰਮ ਨਾਲ ਮਰਦੀ ਜਾਂਦੀ ਸੀ। ਉਸ ਵੇਲੇ 3 ਬੰਦੇ ਅੰਦਰ ਸਨ। ਅਣਖੀਲੇ ਤੇ ਧਰਮੀ ਬੰਤਾ ਸਿੰਘ ਨੇ ਗਰਜ ਕੇ ਆਖਿਆ, ਦੱਸੋ, ਕਿਸ ਨੇ ਇਸ ਨਾਲ ਧੱਕਾ ਕੀਤਾ ਹੈ? ਕੌਣ ਪਾਪੀ ਹੈ ਜਿਸ ਨੇ ਇੰਨੀ ਕਾਹਲ ਕੀਤੀ? ਪਸ਼ੂ ਕੁੱਤਾ ਕੌਣ ਹੈ? ਤੀਵੀਂ ਨੇ ਇੱਕ ਵੱਲ ਇਸ਼ਾਰਾ ਕਰ ਦਿੱਤਾ। ਦੂਸਰੇ ਚੁੱਪ ਰਹੇ। ਉਹ ਵੀ ਘਬਰਾ ਗਿਆ। ਬੰਤਾ ਸਿੰਘ ਦੇ ਗੁੱਸੇ ਨੂੰ ਜਾਣਦਾ ਸੀ। ਕਿਉਂ ਏ ਦੁੱਲਿਆ, ਤੇਰੀ ਕਰਤੂਤ? ਇਹ ਆਖਦੇ ਹਥਲੀ ਗੰਡਾਸੀ ਜ਼ੋਰ ਨਾਲ ਉਸ ਦੇ ਮੋਢੇ 'ਤੇ ਮਾਰੀ। ਕੁਝ ਮੋਢਾ ਤੇ ਕੁਝ ਹਿੱਸਾ ਗਲੇ ਦਾ ਵੱਢਿਆ ਗਿਆ। ਉਹ ਧੜੰਮ ਕਰਦਾ ਫਰਸ਼ ਉੱਤੇ ਡਿੱਗ ਪਿਆ। ਇੱਕ ਹੋਰ ਮਾਰ ਕੇ ਉਸ ਦਾ ਕੰਮ ਪੂਰਾ ਕਰ ਦਿੱਤਾ। ਸਟੇਸ਼ਨ ਮਾਸਟਰਨੀ ਦੇ ਪੈਰਾਂ ਵਿੱਚ ਉਸ ਦੁੱਲਾ ਸਿੰਘ ਦੀ ਲੋਥ ਤੜਫਣ ਲੱਗ ਪਈ, ਜਿਸ ਨੇ ਕੁਝ ਚਿਰ ਪਹਿਲਾਂ ਉਸ ਦਾ ਇਸਤਰੀ ਧਰਮ ਖੋਇਆ ਸੀ। ਉਸ ਦਾ ਤਰਲਾ ਨਹੀਂ ਸੀ ਸੁਣਿਆ ਤੇ ਧਰਮਾਤਮਾ, ਕਾਨੂੰਨ ਤੇ ਲੋਕ ਮਰਿਆਦਾ ਦਾ ਖਿਆਲ ਨਹੀਂ ਸੀ ਕੀਤਾ। ਐਸੇ ਦੁਰਾਚਾਰੀ ਕੁੱਤੇ ਦੇਸ਼ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਆਬਰੂ ਲੁੱਟਣ ਵਾਲੇ ਇਸ ਦਲ ਵਿੱਚ ਆ ਮਿਲੇ ਹਨ। ਦਲ ਨੂੰ ਬਦਨਾਮ ਕਰਨ ਲਈ ਪ੍ਰਤਿੱਗਿਆ ਨੂੰ ਫਾੜਿਆ। ਸਰਦਾਰ ਕਿਸ਼ਨ ਸਿੰਘ ਨੇ ਕਿਹਾ ਸੀ, ਕਿਸੇ ਇਸਤਰੀ ਨੂੰ ਮੰਦੀ ਨਜ਼ਰ ਨਾਲ ਨਹੀਂ ਦੇਖਣਾ, ਜਤੀ ਸਤੀ ਰਹਿਣਾ, ਪਰ ਗ੍ਰਹਿਸਤ ਤੇ ਭੋਗਾਂ ਵਿੱਚ ਖਚਿਤ ਨਹੀਂ ਹੋਣਾ, ਤਾਂ ਆਜ਼ਾਦੀ ਦੇ ਘੋਲ ਵਿੱਚ ਕੋਈ ਔਕੜ ਪੇਸ਼ ਨਾ ਆਏ। ਚਲੋ, ਲੈ ਚਲੋ ਇਸ ਦੀ ਲੋਥ ਤੇ ਟੋਟੇ ਕਰਕੇ ਬਾਹਰ ਜਾ ਕੇ ਸੁੱਟ ਦਿਓ, ਕਾਂ ਕੁੱਤੇ ਖਾਣ। ਦੇਸ਼ ਦਾ ਦੁਸ਼ਮਣ ਦੁਰਾਚਾਰੀ। ਬੰਤਾ ਸਿੰਘ ਕ੍ਰੋਧ ਵਿੱਚ ਸੀ। ਉਸ ਦਾ ਗੰਡਾਸਾ ਸਾਰੇ ਮਾੜੇ ਬੰਦਿਆਂ ਨੂੰ ਉਸੇ ਤਰ੍ਹਾਂ ਵੱਢ ਸੁੱਟਣਾ ਚਾਹੁੰਦਾ ਸੀ ਜਿਵੇਂ ਕਦੀ ਪਰਸਰਾਮ ਦੇ ਕੁਹਾੜੇ ਨੇ ਖੱਤਰੀ ਮਾਰੇ ਸਨ। ਉਸ ਵੇਲੇ ਸਰਦਾਰ ਵਰਿਆਮ ਸਿੰਘ ਉੱਥੇ ਪਹੁੰਚ ਗਿਆ। ਉਸਨੇ ਬੰਤਾ ਸਿੰਘ ਨੂੰ ਠੰਡਿਆਂ ਕੀਤਾ। ਦੁੱਲਾ ਸਿੰਘ ਦੀ ਲੋਥ ਚੁਕਵਾਈ ਕਿ ਪੁਲਿਸ ਦੇ ਹੱਥ ਨਾ ਆ ਜਾਏ। ਸੋਨਾ ਤੀਵੀਂ ਤੋਂ ਨਹੀਂ ਲਿਆ। ਉਹ ਬੁੱਤ ਬਣ ਕੇ ਦੇਖਦੀ ਰਹੀ, ਨਾ ਬੋਲ ਸਕੀ ਨਾ ਹਿੱਲ ਸਕੀ। ਬੰਤਾ ਸਿੰਘ ਦੀ ਅਣਖ, ਉਸ ਦੇ ਧਰਮ ਤੇ ਨਿਆਂ ਨੇ ਉਸ ਦੇ ਮਨ 'ਤੇ ਅਨੋਖਾ ਹੀ ਅਸਰ ਕੀਤਾ। ਭੈਣ ਜੀ ਸ਼ਬਦ ਉਸ ਦੇ ਕੰਨਾਂ ਵਿੱਚ ਗੂੰਜਿਆ, ਪਰ ਜ਼ੁਬਾਨ ਤਾਲੂ ਨਾਲ ਜੁੜੀ ਸੀ। ਬੰਤਾ ਸਿੰਘ ਤੇ ਉਸ ਦੇ ਸਾਥੀ ਆਪਣਾ ਕੰਮ ਕਰਕੇ ਸਟੇਸ਼ਨ ਦੀ ਹੱਦ ਤੋਂ ਨਿਕਲ ਕੇ ਹਰੇ ਖੇਤਾਂ ਵਿੱਚ ਅਲੋਪ ਹੋ ਗਏ।
ਉਹਨਾਂ ਦੇ ਦੂਰ ਜਾਣ 'ਤੇ ਸਟੇਸ਼ਨ ਉੱਤੇ ਇੱਕ ਵਾਰ ਫਿਰ ਕੁਰਲਾਹਟ ਮੱਚ ਗਿਆ। ਧੰਨਵਾਦ।